ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 23ਵੀਂ ਤੇ ਪਦ ਦੂਜਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਿਚਾਰਨ ਜਾ ਰਹੇ ਹਾਂ। ਇਹ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ ਤੇ ਇੰਨਾ ਸਿਆਣਾ ਨਹੀਂ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਜਿਹੜਾ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿੰਨੇ ਪਾਤਸ਼ਾਹ ਅਪਾਰ ਕਿਰਪਾ ਕਰਦੇ ਹਨ, ਉਹਨਾਂ ਪ੍ਰਾਣੀ ਵਿਚਾਰਦਾ ਹੈ। ਜਿੰਨੀ ਮਿਹਰ ਕਰਦੇ ਹਨ, ਉਹਨਾਂ ਬੋਲਦਾ ਹੈ। ਉਹਨਾਂ ਦੀ ਕਿਰਪਾ ਦੇ ਨਾਲ ਹੀ ਸੁਣਦਾ ਹੈ। ਅਕਸਰ ਪ੍ਰਭੂ ਦੀ ਮਿਹਰ ਦੇ ਨਾਲ ਹੀ ਪ੍ਰਾਣੀ ਜੀਂਦਾ ਹੈ। ਗੁਰੂ ਪਿਆਰਿਓ, ਸੁਖਮਨੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਸੱਚੇ ਪਾਤਸ਼ਾਹ ਨੇ ਬਹੁਤ ਹੀ ਵੱਡਾ ਮਨੁੱਖਤਾ ਦੇ ਉੱਤੇ ਅਹਿਸਾਨ ਕੀਤਾ ਹੈ ਸੁਖਮਨੀ ਸਾਹਿਬ ਦੀ ਰਚਨਾ ਕਰਕੇ। 24 ਘੰਟੇ ਸਮਾਂ, ਘੜੀਆਂ ਪਹਿਰ, ਘੰਟੇ ਮਿੰਟ ਸਕਿੰਟ, ਪਲ ਛਿਨ, ਤੇ ਦੂਸਰੇ ਪਾਸੇ ਪ੍ਰਭੂ ਦੀ ਬਾਣੀ, ਅਕਾਲ ਦੀ ਭੇਜੀ ਹੋਈ ਦੁਨੀਆ ਨੂੰ ਤਾਰਨ ਵਾਲੀ ਬਾਣੀ, ਦੋਨਾਂ ਦਾ ਸੁਮੇਲ। ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੇ ਵਿੱਚ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। 24,000 ਸਵਾਸ ਹੀ ਪ੍ਰਾਣੀ ਨੂੰ 24 ਘੰਟਿਆਂ ਦੇ ਵਿੱਚ ਆਉਂਦੇ ਹਨ। 24 ਅਸ਼ਟਪਦੀਆਂ, 24 ਘੰਟੇ, 8 ਪਹਿਰ ਤੇ 1 ਅਸ਼ਟਪਦੀ ਦੇ 8 ਪਦ, 24,000 ਸਵਾਸ ਤੇ 24,000 ਅੱਖਰ। ਸੱਚੇ ਪਾਤਸ਼ਾਹ ਨੇ ਇੱਕ ਚੱਲਣ ਵਾਲੇ ਨੂੰ ਅਚਲ ਦੇ ਨਾਲ ਜੋੜਿਆ ਹੈ। ਇੱਕ ਰੁਲਦੇ ਫਿਰਦੇ ਨੂੰ, ਘੁੰਮਦੇ ਫਿਰਦੇ ਨੂੰ ਅਟਲ ਦੇ ਨਾਲ ਸਮੇਲਿਆ ਹੈ। ਸੱਚੇ ਪਾਤਸ਼ਾਹ ਨੇ ਇਨਸਾਨ ਨੂੰ ਸਮਝਾਇਆ ਹੈ ਕਿ ਤੂੰ ਪ੍ਰਭੂ ਦਾ ਨਾਮ ਲੈ, ਉਹਦੀ ਸਿਫਤ ਕਰ, ਉਹਦੀ ਸਲਾਹ ਕਰ। ਬੇਸ਼ੱਕ ਪ੍ਰਾਣੀ ਤੇਰੇ ਕੋਲੋਂ ਅੱਖਰ ਵੀ ਨਹੀਂ ਹਨ, ਤੇਰੇ ਕੋਲ ਭਾਸ਼ਾ ਵੀ ਨਹੀਂ ਹੈ, ਤੈਨੂੰ ਅਕਲ ਵੀ ਨਹੀਂ ਹੈ ਕਿ ਤੂੰ ਉਹਦੀ ਸਿਫਤ ਕਰ ਸਕੇ। ਤੂੰ ਬਹੁਤ ਛੋਟਾ ਹੈ, ਤੂੰ ਉਹਦੀ ਸਿਫਤ ਕਿਸ ਤਰ੍ਹਾਂ ਕਰ ਸਕਦਾ ਹੈ? ਪਰ ਫਿਰ ਵੀ ਤੂੰ ਆਪਣੀ ਮਸ਼ੱਕਤ ਕਰਦਾ ਰਹਿ, ਉਹਨੂੰ ਧਿਆਉਂਦਾ ਰਹਿ, ਤੇ ਉਹ ਤੇਰੇ ਉੱਤੇ ਡੁੱਲ ਜਾਵੇਗਾ ਪਿਆਰਿਆ, ਤੇ ਤੈਨੂੰ ਆ 84 ਲੱਖ ਦੇ ਚੱਕਰ 'ਚੋਂ ਕੱਢ ਲਵੇਗਾ। ਫਿਰ ਆਪਣੇ ਚਰਨਾਂ ਦੇ ਵਿੱਚ ਤੈਨੂੰ ਥਾਂ ਦੇ ਦੇਵੇਗਾ, ਜਿੱਥੇ ਤੇਰਾ ਸੰਗ ਸਾਧੂਆਂ ਨਾਲ, ਉਹਦੇ ਪਿਆਰਿਆਂ ਦੇ ਨਾਲ, ਹਮੇਸ਼ਾ ਉਹਦੇ ਦਰਸ਼ਨਾਂ ਦੀ ਤੈਨੂੰ ਮਿਹਰ ਪ੍ਰਾਪਤ ਹੋ ਜਾਵੇਗੀ। ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ 3 ਮੁੱਖ ਵਿਸ਼ੇ ਸੁਖਮਨੀ ਸਾਹਿਬ ਦੇ ਵਿੱਚ ਚੁਣੇ ਹਨ। ਪਹਿਲਾ ਵਿਸ਼ਾ ਪਾਤਸ਼ਾਹ ਦੀ ਸਿਫਤ ਸਲਾਹ। ਵਾਹਿਗੁਰੂ ਦੇ ਗੁਣ ਗਾਏ ਹਨ। ਇੱਕ ਗੀਤ ਗਾਇਆ ਹੈ ਪਿਆਰ ਦਾ। ਸੱਚੇ ਪਾਤਸ਼ਾਹ ਦੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਪ੍ਰਭੂ ਪ੍ਰੀਤਮ ਪਿਆਰੇ ਦੀ ਸਿਫਤ ਸਲਾਹ ਇੰਨੀ ਵਿਸਤਾਰ ਨਾਲ ਕੀਤੀ ਹੈ ਕਿ ਜਦੋਂ ਉਹ ਇਕੱਲਾ ਸੀ, ਅਜੇ ਕੁਦਰਤ ਪਾਈ ਨਹੀਂ ਸੀ,
ਆਪਣਾ ਆ ਸਾਰਾ ਪਰਿਵਾਰ ਨਿਰੰਕਾਰ ਨੇ ਸਾਜਿਆ ਨਹੀਂ ਸੀ। ਨਿਰੰਕਾਰ ਅਵਸਥਾ ਦੇ ਵਿੱਚ ਆਪ ਹੀ ਸੀ। ਪਰ ਜਦੋਂ ਉਹਨੂੰ ਖਿਆਲ ਆਇਆ ਕਿ ਕੁਝ ਹੋਣਾ ਚਾਹੀਦਾ ਹੈ, ਬੇਸ਼ੱਕ ਪ੍ਰੀਤਮ ਪਿਆਰੇ ਨੂੰ, ਵਾਹਿਗੁਰੂ ਨੂੰ ਇਕੱਲਾਪਣ ਸਤਾਉਂਦਾ ਹੋਵੇ, ਇਕੱਲਾ ਦੁਨਿਆਵੀ ਪੁਰਸ਼ ਦੁਖੀ ਹੋ ਜਾਂਦਾ ਹੈ। ਸਭ ਤੋਂ ਵੱਡੀ ਸਜ਼ਾ ਇਕੱਲੇ ਰਹਿਣ ਦੀ ਹੈ, ਐਸੋਲੇਸ਼ਨ ਦੀ ਹੈ। ਜਦੋਂ ਪ੍ਰਭੂ ਪਿਆਰੇ ਨੇ ਸੋਚਿਆ ਕਿ ਮੇਰਾ ਵੀ ਪਰਿਵਾਰ ਹੋਣਾ ਚਾਹੀਦਾ ਹੈ, ਤਾਂ ਸਾਰੀ ਦੀ ਸਾਰੀ ਰਚਨਾ ਰਚਾਈ ਗਈ। ਆ ਜਿਹੜਾ ਖਲਾ, ਜਿਹੜਾ ਮੇਲਾ ਅਸੀਂ ਦੇਖ ਰਹੇ ਹਾਂ, ਜਗਤ ਦਾ, ਅਸਮਾਨ ਦਾ, ਪਿਆਲ ਦਾ, ਇਹ ਸਾਰੀਆਂ ਰੌਣਕਾਂ ਨਿਰੰਕਾਰ ਸੱਚੇ ਪਾਤਸ਼ਾਹ ਨੇ ਆਪਣੀ ਮਰਜ਼ੀ ਨਾਲ ਲਾ ਦਿੱਤੀਆਂ। ਵਿਸਤਾਰ ਏਡਾ ਵੱਡਾ ਹੈ ਕਿ ਮਨੁੱਖ ਦੀ ਜੀਭ ਉਹਦਾ ਵਰਣਨ ਨਹੀਂ ਕਰ ਸਕਦੀ। ਰਸਨਾ ਬੜੀ ਛੋਟੀ ਹੈ, ਗੀਤ ਬੜਾ ਲੰਬਾ ਹੈ। ਕਿਸ ਤਰ੍ਹਾਂ ਗਾ ਸਕਦੀ ਹੈ? ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਗਾਇਆ ਹੈ। ਸੱਚੇ ਪਾਤਸ਼ਾਹ ਨੇ ਦੂਸਰਾ ਵਿਸ਼ਾ ਚੁਣਿਆ ਹੈ, ਉਹਨਾਂ ਜਨਾਂ ਦਾ, ਉਹਨਾਂ ਭਗਤਾਂ ਦਾ, ਉਹਨਾਂ ਦਾਸਾਂ ਦਾ, ਉਹਨਾਂ ਸੇਵਕਾਂ ਦਾ, ਜਿਨ੍ਹਾਂ ਨੇ ਧਿਆ ਕੇ ਪ੍ਰੀਤਮ ਪਿਆਰੇ ਨੂੰ ਪਾਇਆ ਹੈ। ਉਹਦੀ ਮਿਹਰ ਵਾਲੇ ਬਣ ਗਏ। ਉਹ ਟੁੱਟ ਪਿਆ ਤੇ ਆਪਣੀ ਪਸੰਦ ਨਾਲ ਉਹਨਾਂ ਨੂੰ ਚੁਣ ਲਿਆ। ਉਹ ਹੁਣ ਦਾਤੇ ਬਣ ਗਏ। ਉਹਦੇ ਵਰਗੇ ਹੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦਾਸ ਜਨਾਂ ਦੀ ਬਹੁਤ ਹੀ ਸਿਫਤ ਸਲਾਹ ਕੀਤੀ ਹੈ। ਤੀਸਰਾ ਵਿਸ਼ਾ ਪਾਤਸ਼ਾਹ ਨੇ ਉਹਨਾਂ ਨਾ ਪੱਖੀ ਲੋਕਾਂ ਦਾ ਚੁਣਿਆ ਹੈ, ਜਿਨ੍ਹਾਂ ਨੂੰ ਹਰ ਕੋਈ ਚੰਗਾ ਨਹੀਂ ਲੱਗਦਾ, ਨਾ ਪੱਖੀ ਵਿਚਾਰ ਛੱਡਦੇ ਰਹਿੰਦੇ ਹਨ, ਨਿੰਦਿਆ ਚੁਗਲੀ ਦੇ ਵਿੱਚ ਆਪਣਾ ਸਮਾਂ ਬਿਤਾਉਂਦੇ ਹਨ, ਗੁਰੂ ਜਨਾਂ ਦੀ ਨਿੰਦਿਆ ਕਰਕੇ ਉਹਨਾਂ ਦੀ ਗਰੀਬੀ ਦਾ ਮਜ਼ਾਕ ਉਡਾਉਂਦੇ ਹਨ, ਆਪਣੇ ਆਪ ਨੂੰ ਵੱਡੇ, ਹੋਰਾਂ ਨੂੰ ਛੋਟੇ, ਫਿਰ ਹਿੱਕਾਂ ਚੌੜੀਆਂ ਕਰਕੇ ਗਰੀਬਾਂ ਉੱਤੇ ਦਾੜੇ ਖਿੱਚਦੇ ਹਨ, ਅੱਖਾਂ ਕੱਢਦੇ ਹਨ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਹੰਕਾਰੀ, ਸੰਤ ਨਿੰਦਕ, ਸੰਤ ਕੇ ਦੋਖੀ ਕਹਿ ਕੇ ਗਰਦਾਨਿਆ ਹੈ। ਉਹਨਾਂ ਦੀ ਥਾਂ ਦਿਖਾਈ ਹੈ ਕਿ ਤੁਸੀਂ ਕਿੱਥੇ ਰਹਿਣ ਯੋਗ ਹੋ। ਤੁਸੀਂ ਨਿਕੰਮੇ ਹੋ। ਤੁਸੀਂ ਧਰਤੀ 'ਤੇ ਆਏ ਜਾਂ ਨਾ ਆਏ, ਇੱਕੋ ਹੀ ਬਰਾਬਰ ਹੈ। ਤੁਹਾਡੀ ਹੋਂਦ ਹੀ ਨਹੀਂ ਹੈ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਖੁੱਲ੍ਹ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਤਾੜਿਆ ਹੈ ਕਿ ਤੁਸੀਂ ਗੁਰੂ ਦੇ ਭਗਤਾਂ ਦੇ ਨਾਲ ਹਮੇਸ਼ਾ ਤੋਂ ਆਡਾ ਲੈਂਦੇ ਆਏ ਹੋ। ਗੁਰੂ ਦੇ ਪਿਆਰੇ ਤਰ ਜਾਂਦੇ ਹਨ, ਤੁਸੀਂ ਡੁੱਬ ਜਾਂਦੇ ਹੋ। ਇਸ ਪਦ ਦੇ ਵਿੱਚ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਅਕਾਲ ਦਾ ਪਸਾਰਾ ਸਾਰੇ ਜਹਾਨਾਂ ਦੇ ਵਿੱਚ ਹੈ। ਜਹਾਨਾਂ ਦੀ ਗਿਣਤੀ ਵੀ ਨਹੀਂ ਹੋ ਸਕਦੀ। ਇੱਕ ਛਿਨ ਦੇ ਵਿੱਚ ਪ੍ਰੀਤਮ ਪਿਆਰਾ ਸਾਰਿਆਂ ਦੇ ਖਾਣ ਦੀ ਜ਼ਿੰਮੇਵਾਰੀ ਲੈਂਦਾ ਹੈ।
ਸਾਰਿਆਂ ਨੂੰ ਪਾਲਦਾ ਹੈ, ਪ੍ਰਤਿਪਾਲਕ ਹੈ। ਉੱਚੀਆਂ ਥਾਵਾਂ ਨੀਵੀਆਂ ਥਾਵਾਂ ਉੱਤੇ ਹਰ ਵੇਲੇ ਮੌਜੂਦ ਹੈ। ਸੱਚੇ ਪਾਤਸ਼ਾਹ ਨਿਰੰਕਾਰ ਦਾ ਵਿਸਤਾਰ ਸਮਝਾਉਂਦੇ ਹਨ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਅਕਾਲ ਪੁਰਖ, ਜਿਹਦਾ ਕੋਈ ਰੂਪ ਨਹੀਂ ਹੈ, ਜਿਹਦਾ ਕੋਈ ਰੰਗ ਨਹੀਂ ਹੈ, ਸ਼ਕਲ ਸੂਰਤ ਨਹੀਂ ਹੈ, ਇੱਕ ਓਂਕਾਰ ਹੈ, ਸਤਿਨਾਮ ਹੈ, ਕਰਤਾ ਹੈ, ਇੱਕੋ ਇੱਕ ਪੁਰਖ ਹੈ। ਓਨਲੀ ਵਨ ਮੇਲ। ਨਿਰਭਉ ਹੈ, ਡਰਦਾ ਨਹੀਂ ਕਿਸੇ ਤੋਂ ਵੀ। ਨਿਰਵੈਰ ਹੈ, ਕੋਈ ਉਹਦਾ ਦੁਸ਼ਮਣ ਨਹੀਂ ਹੈ। ਅਕਾਲ ਪੁਰਖ ਹਮੇਸ਼ਾ ਰਹਿਣ ਵਾਲਾ ਹੈ। ਅਜੂਨੀ ਸੈਭੰ, ਜੂਨੀਆਂ ਦੇ ਵਿੱਚ ਨਹੀਂ ਆਉਂਦਾ, ਮਾਤਾ ਦੇ ਗਰਭ ਦੇ ਵਿੱਚ ਨਹੀਂ ਆਉਂਦਾ। ਕ੍ਰੀਏਟਰ ਹੈ, ਰਚਣਹਾਰ ਹੈ। ਉਹਨੂੰ ਕੋਈ ਆਵਸ਼ਕਤਾ ਨਹੀਂ ਕਿ ਆਪ ਗਰਭ ਦੇ ਵਿੱਚ ਆ ਕੇ ਜੂਨ ਦੇ ਵਿੱਚ ਪਵੇ। ਜਦੋਂ ਕਿ ਉਹ ਮਰਜ਼ੀ ਦੇ ਅਨੁਸਾਰ ਆਪਣੀ ਇੱਛਾ ਨਾਲ ਦੁਨੀਆ ਨੂੰ ਤਾਰਨ ਵਾਲੇ ਪ੍ਰਾਣੀ ਮਹਾਨ ਆਤਮਾਵਾਂ ਨੂੰ ਭੇਜਦਾ ਹੈ। ਉਹਦੀ ਮਰਜ਼ੀ ਅਨੁਸਾਰ, ਉਹਦੀਆਂ ਹਦਾਇਤਾਂ ਦੇ ਮੁਤਾਬਕ ਉਹ ਜਨ ਦਾਸ ਧਰਤੀ ਉੱਤੇ ਆਉਂਦੇ ਹਨ। ਆਪਣੇ ਕਰਤੱਵਿਆਂ ਨਿਭਾ ਕੇ ਵਾਪਸ ਪ੍ਰਭੂ ਦੇ ਚਰਨਾਂ ਦੇ ਵਿੱਚ ਵਿਰਾਜਦੇ ਹਨ। ਇਹ ਜਿਸ ਦਿਨ ਦੀ ਦੁਨੀਆ ਬਣੀ ਹੈ, ਅਕਾਲ ਨੇ ਸ੍ਰਿਸ਼ਟੀ ਸਾਜੀ ਹੈ, ਉਸ ਦਿਨ ਤੋਂ ਇਹੀ ਪ੍ਰਭੂ ਦਾ ਭਾਣਾ ਹੈ। ਪ੍ਰਭੂ ਅੰਦਰ ਵੀ ਹੈ, ਬਾਹਰ ਵੀ ਹੈ, ਅਨੰਤ ਹੈ। ਉਹਦੀ ਗਿਣਤੀ ਮਿਣਤੀ ਨਹੀਂ ਹੋ ਸਕਦੀ। ਸੋ ਅੰਤਰ ਸੋ ਬਾਹਰ ਅਨੰਤ, ਬੇਅੰਤ ਹੈ। ਘਟ ਘਟ ਵਿਆਪ ਰਿਹਾ ਭਗਵੰਤ। ਹਰ ਹਿਰਦੇ ਦੇ ਵਿੱਚ, ਹਰ ਦਿਲ ਦੇ ਵਿੱਚ ਪ੍ਰੀਤਮ ਪਿਆਰਾ ਵਸਿਆ ਹੋਇਆ ਹੈ, ਰਮਿਆ ਹੋਇਆ ਹੈ। ਸਾਰੇ ਦੇ ਸਾਰੇ ਹਿਰਦੇ ਉਹਦੇ ਹੀ ਹਨ। ਉਹ ਤੋਂ ਬਿਨਾਂ ਕੋਈ ਦਿਲ ਧੜਕ ਨਹੀਂ ਸਕਦਾ। ਉਹਦੀ ਖਿੱਚ ਸਾਰੇ ਪਾਸੇ ਹੈ। ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਿਤਪਾਲ। ਪ੍ਰੀਤਮ ਪਿਆਰਾ ਨਿਰੰਕਾਰ ਧਰਤੀ ਉੱਤੇ ਵੀ ਹੈ, ਧਰਤੀ ਦੇ ਸੀਨੇ ਦੇ ਵਿੱਚ ਵੀ ਹੈ, ਪਾਇਆਲ ਪਤਾਲ ਵਿੱਚ ਵੀ ਹੈ। ਅਸਮਾਨ, ਸਾਰੇ ਦੇ ਸਾਰੇ ਪਲੈਨਟ ਜਿਹੜੇ ਹਵਾ ਦੇ ਵਿੱਚ ਉੜਦੇ ਫਿਰਦੇ ਹਨ, ਤਾਰਿਆਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ। ਬੇਸ਼ੁਮਾਰ ਹਨ। ਛੋਟੇ ਤਾਰੇ ਹਨ, ਛੋਟੇ ਹਨ, ਵੱਡੇ ਹਨ। ਸੂਰਜਾਂ ਦਾ ਅੰਤ ਕੋਈ ਨਹੀਂ ਹੈ। ਚੰਦਰਮਾਵਾਂ ਬਹੁਤ ਹਨ। ਇੱਕ ਮੇਲਾ ਸਜਿਆ ਹੋਇਆ ਹੈ, ਪ੍ਰਭੂ ਦਾ ਮੇਲਾ। ਆਕਾਸ਼ ਦੇ ਵਿੱਚ, ਪਤਾਲ ਦੇ ਵਿੱਚ, ਧਰਤੀ ਉੱਤੇ, ਸਾਰੇ ਪਾਸੇ ਸਰਬ ਲੋਕ ਪੂਰਨ ਪ੍ਰਿਤਪਾਲ। ਸਾਰੇ ਜਹਾਨਾਂ ਦੇ ਲੋਕਾਂ ਦਾ ਪਾਲਣਹਾਰ ਹੈ ਪ੍ਰਭੂ। ਪੂਰਨ ਪ੍ਰਿਤਪਾਲ, ਪੂਰੀ ਦੀ ਪੂਰੀ ਜ਼ਿੰਮੇਵਾਰੀ ਲੈ ਲੈਂਦਾ ਹੈ ਹਰ ਕਿਸੇ ਦੀ ਪਾਲਣਾ ਕਰਨ ਦੀ। ਪੂਰੇ ਦਾ ਪੂਰਾ
ਖਿਆਲ ਰੱਖਦਾ ਹੈ ਪ੍ਰੀਤਮ ਪਿਆਰਾ। ਏਡੀ ਬੜੀ ਫਲਵਾੜੀ ਸਾਜ ਕੇ ਉਹਦਾ ਪ੍ਰਬੰਧ ਕੱਲਾ ਆਪ ਹੀ ਕਰਦਾ ਹੈ। ਕਿੰਨਾ ਵੱਡਾ ਮੇਰਾ ਪਿਆਰਾ ਪ੍ਰੀਤਮ ਹੈ, ਕਿੰਨੀ ਵੱਡੀ ਉਹਦੀ ਲੀਲਾ ਅਪਾਰ ਹੈ। ਬੰਨ ਤਿੰਨ ਪਰਬਤ ਹੈ ਪਾਰ ਬ੍ਰਹਮ। ਸਾਰੇ ਪਹਾੜਾਂ ਦੇ ਉੱਤੇ ਘਾਹ ਦੀਆਂ ਛੋਟੀਆਂ ਛੋਟੀਆਂ ਕਰੋਬਲਾਂ, ਘਾਹ ਦੀਆਂ ਤੇੜਾਂ, ਜੰਗਲ, ਵੱਡੇ ਵੱਡੇ ਫੁੱਲ ਫਲ, ਚੌੜੇ ਚੌੜੇ ਦਰਖਤ, ਸਾਰਿਆਂ ਦੇ ਵਿੱਚੋਂ ਆਪ ਹੀ ਬੈਠਾ ਹੈ। ਬੇਸ਼ੱਕ ਆਪ ਪ੍ਰੀਤਮ ਪਿਆਰਾ ਨਿਰਆਕਾਰ ਹੈ, ਉਹਦਾ ਕੋਈ ਆਕਾਰ ਨਹੀਂ ਹੈ, ਪਰ ਉਹ ਸਾਰੇ ਆਕਾਰ ਬਣਾਉਣ ਦੇ ਸਮਰੱਥ ਹੈ। ਵੱਡੇ ਵੱਡੇ ਹਿਮਾਲਿਆ ਪਰਬਤ ਵਰਗੇ ਪਹਾੜ ਪਲਾਂ ਦੇ ਵਿੱਚ ਸਿਰਜ ਸਕਦਾ ਹੈ। ਵੱਡੇ ਵੱਡੇ ਮਹਾਸਾਗਰ ਪ੍ਰੀਤਮ ਪਿਆਰਾ ਪਲਾਂ ਦੇ ਵਿੱਚ ਬਣਾ ਸਕਦਾ ਹੈ। ਕਿੰਨਾ ਸੋਹਣਾ ਕਾਰੀਗਰ ਹੈ ਇਸ ਸ੍ਰਿਸ਼ਟੀ ਨੂੰ ਸਾਜਣ ਵਾਲਾ। ਬੰਨ ਤਿੰਨ ਪਰਬਤ ਹੈ ਪਾਰ ਬ੍ਰਹਮ। ਜੈਸੀ ਆਗਿਆ ਤੈਸਾ ਕਰਮ। ਜਿਵੇਂ ਉਹ ਹੁਕਮ ਕਰਦਾ ਹੈ ਉਸੇ ਤਰ੍ਹਾਂ ਹੀ ਹੁੰਦਾ ਹੈ। ਹਰ ਕੋਈ ਉਹਦੀ ਭੈ ਥੱਲੇ ਰਹਿੰਦਾ ਹੈ, ਉਹਦੇ ਹੁਕਮ ਦੀ ਉਡੀਕ ਕਰਦਾ ਹੈ। ਸਾਰੇ ਉਹਦੇ ਹੁਕਮਾਂ ਦੀ ਤਾਮੀਲ ਦੇ ਵਿੱਚ ਹਨ, ਅਮਲ ਕਰਦੇ ਹਨ। ਕਿਸੇ ਦੀ ਵੀ ਹਿੰਮਤ ਨਹੀਂ ਹੈ ਕਿ ਉਹਦੇ ਹੁਕਮ ਦੀ ਅਦੂਲੀ, ਉਹਦੇ ਹੁਕਮ ਦਾ ਵਿਰੋਧ ਕਰੇ। ਸਾਰੇ ਸਿਰ ਝੁਕਾਉਂਦੇ ਹਨ, ਉਹਦੀ ਆਗਿਆ, ਉਹਦਾ ਕਰਮ ਨਿਭਾਉਂਦੇ ਹਨ। ਪੌਣ ਪਾਣੀ ਬੈਸੰਤਰ ਮਾਹੇ। ਚਾਰ ਕੁੰਟ ਦੇ ਦਿਸੇ ਸਮਾਹੇ। ਪ੍ਰੀਤਮ ਪਿਆਰਾ ਪ੍ਰਭੂ ਹਵਾ ਨੂੰ ਬਣਾਉਣ ਵਾਲਾ ਹੈ ਤੇ ਹਵਾ ਦੇ ਵਿੱਚ ਆਪ ਹੈ। ਜਲ ਪਾਣੀ ਵਾਟਰ ਨੂੰ ਰਚਿਆ ਹੈ ਉਹਨੇ ਤੇ ਆਪ ਹੀ ਉਹਦੇ ਵਿੱਚ ਸਮੋਇਆ ਹੋਇਆ ਹੈ। ਅੱਗ ਐਨਰਜੀ, ਅੱਗ ਪ੍ਰਭੂ ਨੇ ਬਣਾਈ ਹੈ ਤੇ ਆਪ ਹੀ ਅੱਗ ਦੇ ਵਿੱਚ ਹੈ। ਦੁਨੀਆ ਦੇ ਤਿੰਨ ਵੱਡੇ ਤੱਤ ਗੁਰੂ ਪਿਆਰਿਓ, ਹਵਾ, ਪਵਨ, ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ। ਤਿੰਨੇ ਜਿਹੜੇ ਵੱਡੇ ਤੱਤ ਨੇ ਦੁਨੀਆ ਦੇ, ਜਿਨ੍ਹਾਂ ਉੱਤੇ ਸ੍ਰਿਸ਼ਟੀ ਜਿਉਂਦੀ ਹੈ, ਉਹ ਹਵਾ, ਪਾਣੀ ਤੇ ਅੱਗ ਹਨ। ਤਿੰਨੇ ਪ੍ਰਭੂ ਨੇ ਬਣਾਏ ਹਨ। ਪ੍ਰੀਤਮ ਪਿਆਰਾ ਨਿਰਆਕਾਰ ਹੈ, ਪਰ ਇਹਨਾਂ ਤਿੰਨਾਂ ਦੇ ਵਿੱਚ ਵਸਦਾ ਹੈ। ਚਾਰ ਕੁੰਟ ਦੇ ਦਿਸੇ ਸਮਾਏ। ਚਾਰੇ ਪਾਸੇ 10 ਕੰਨੀਆਂ, 10 ਦਿਸ਼ਾਵਾਂ। ਪ੍ਰਭੂ ਸਾਰੇ ਪਾਸੇ ਫੈਲਿਆ ਹੋਇਆ ਹੈ, ਰਮਿਆ ਹੋਇਆ ਹੈ, ਘੁਲਿਆ ਹੋਇਆ ਹੈ। ਹਵਾ ਵੀ ਉਹਦੀ ਹੈ, ਪਾਣੀ ਵੀ ਉਹਦਾ ਹੈ, ਅੱਗ ਵੀ ਉਹਦੀ ਹੈ। ਸਾਰੇ ਪਾਸੇ ਉਹਦਾ ਪਸਾਰਾ ਹੈ। ਤਿਸ ਤੇ ਭਿੰਨ ਨਹੀਂ ਕੋ ਠਾਉ। ਗੁਰ ਪ੍ਰਸਾਦ ਨਾਨਕ ਸੁਖ ਪਾਉ। ਕਿਹੜੀ ਚੀਜ਼ ਹੈ ਜਿੱਥੇ ਉਹ ਨਾ ਹੋਵੇ। ਸਾਰੇ ਪਾਸੇ ਵਿਆਪਕ ਹੈ, ਸਾਰੇ ਪਾਸੇ ਰਮਿਆ ਹੋਇਆ ਹੈ, ਉਹਦੀ ਮੌਜੂਦਗੀ ਹੈ।
ਕੋਈ ਇਸ ਤਰ੍ਹਾਂ ਦੀ ਥਾਂ ਨਹੀਂ ਹੈ ਜਿੱਥੇ ਉਹ ਨਾ ਹੋਵੇ। ਪਰ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਮਿਹਰ ਦੇ ਨਾਲ ਨਾਨਕ ਨੇ ਆਰਾਮ ਪਾ ਲਿਆ। ਚਿੰਤਮਣੀ ਮੁੱਕ ਗਈ, ਤ੍ਰਿਸ਼ਨਾ ਭੱਜ ਗਈ, ਸਬਰ ਸੰਤੋਖ ਨਾਨਕ ਨੂੰ ਮਿਲ ਗਿਆ, ਪਰ ਮਿਲਿਆ ਗੁਰਾਂ ਦੀ ਮਿਹਰ ਦੇ ਨਾਲ ਹੀ ਹੈ। ਗੁਰੂ ਪਿਆਰਿਓ, ਆਪਾਂ ਇਸ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰੀਏ, ਸੋ ਅੰਤਰ ਸੋ ਬਾਹਰ ਅਨੰਤ। The infinity Lord is both within and without, and He is so vast, so big, everywhere, ਘਟ ਘਟ ਵਿਆਪ ਰਿਹਾ ਭਗਵੰਤ। The auspicious Master is contained in every heart. He is present. He is the main source to run every heart. All the heartbeats are running with His grace, because He is so great, Supreme Lord. ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਿਤਪਾਲ। He is in the earth, sky and the underworld. He is everywhere same time. Of all the worlds, He is the perfect cherisher. He is taking care of all the people everywhere, no matter where they are, and He is present in earth, sky and underworld, everywhere. God is so great, so wonderful. Why doubt comes to the mind? Sometimes some think maybe He is, maybe He is not. That is very, very ignorancy. Everything in this universe running very, very disciplined way, right on time, perfect, complete. If somebody cannot see this, then somebody is controlling everything. Some power is giving the blessing to run everything right way. That person have no brain, who thinks the may or if. There is not any if, there is not any may. God definitely exists everywhere. Auspicious Master is contained in every heart. So He is all over. He is taking care of all the worlds, and He is a perfect cherisher. One tin parbat hai par brahm. In forest, grass blades and mountains, the Supreme Lord is contained. He becomes grass, He becomes mountains, He becomes all big, big Himalayas, forest. He is everywhere. जैसी आज्ञा तैसा कर्म. Whatever He bless, whatever He desires, whatever His order is, whatever His will is,
all the creators act accordingly. Pawn, Pani, Besantar, Mahe. Lord exists in wind, water, and fire. These three are the supreme energy source of any body with life. No body can survive without wind, oxygen, water, and fire energy. All these are very important, but all these are under God. God exists in them. Somebody cannot see God. He should see all these three: wind, water, and fire. Char kunt da dise samai. He is pre-meeting the four quarters and the 10 directions. All the directions, everywhere. He exists. Distance and time don't make difference for him because he is everywhere. He can reach one end of the universe in a few seconds, but there is no end. It's all open. When we say Ek Onkar, Uda is open. Uda is open means universes are all open, no end. Teste pen nahi ko ठाऊं, gur prasad nanak sukh paऊं. There is no place without him, and he is everywhere, and he serves everywhere, and he gave protection everywhere. But with Guru's grace, Nanak has obtained peace, only peace which God can grant. So God finally got very happy and he gave his blessing. He accepted Nanak. So Nanak got his blessing with all the comforts of the world. And Nanak has obtained peace. Guru Pyareo, सच्चे पातशाह धन धन गुरु अर्जन देव जी ने मेहर कीती है अपार कि there is a communication with the human and God all the time. बाहर माया है, जो कुछ दिसदा है वो ठोस है, पदार्थ है, मटीरियल है, नज़र आउंदा है, सबूत है। जो दिसदा नहीं है, अणदिसिया है, वो प्रभु है, वो सारिਆਂ ਦੇ ਵਿੱਚ ਰਮਿਆ ਹੋਇਆ है। आत्मा दिसदी नहीं है, शरीर दिसदा है, आत्मा महसूस कीती जाती है, प्रभु महसूस किया जाता है, पर जिहड़ा शरीर है वो हर कोई देख सकता है। शरीर का कम्यूनीकेशन रसना दे राही है, इशारियां नाल है, हत्थां दे इशारे, अखां दे इशारे। इंसान का कम्यूनीकेशन बाहर बाहर है, प्रभु का कम्यूनीकेशन अंदर अंदर है। It is also automatic है, every 24 hours, everybody recharge and God gave energy back. Why he gave us the sleep? सानू नींद क्यों आउंदी है? सच्चे पातशाह ने मनुख नू रीचार्ज करन दे लई, अपने कोल बुलाउण दे लई
ਇਹ ਇੱਕ ਰੀਤ ਨੀਂਦ ਰੈਸਟ ਉਹਨੇ ਆਪਣੇ ਜੀਵਾਂ ਨੂੰ ਹਰ ਕੋਈ ਸੌਂਦਾ ਹੈ। ਪੰਛੀ ਵੀ ਸੌਂਦੇ ਹਨ, ਜਾਨਵਰ ਵੀ ਸੌਂਦੇ ਹਨ, ਇਨਸੈਕਟ ਵੀ ਸੌਂਦੇ ਹਨ, ਦਰਖਤ ਵੀ ਸੌਂਦੇ ਹਨ, ਪਹਾੜ ਜੋ ਵੀ ਨਾਮ ਲਵੋ ਸਭ ਕੁਝ ਸੌਂਦਾ ਹੈ। ਤੇ ਪ੍ਰਭੂ ਦਾ ਮਾਡਲ, ਪ੍ਰਭੂ ਦਾ ਸ਼ੋ ਪੀਸ ਮਿਸਟਰ ਹਿਊਮਨ ਬੀਇੰਗ ਵੀ ਸੌਂਦਾ ਹੈ। ਜਦੋਂ ਸੌਂਦਾ ਹੈ ਤਾਂ ਪ੍ਰਭੂ ਉਹਨੂੰ ਐਨਰਜੀ ਦੁਬਾਰਾ ਦਿੰਦਾ, ਰੀਚਾਰਜ ਕਰ ਦਿੰਦਾ ਹੈ। ਜਿਵੇਂ ਅਸੀਂ ਬੈਟਰੀ ਉੱਤੇ ਜਿਹੜੇ ਇਕਵਿਪਮੈਂਟ ਹਨ ਉਹਨਾਂ ਨੂੰ 2 ਘੰਟੇ 4 ਘੰਟੇ ਸਮਾਂ ਜਿੰਨਾ ਦਿੱਤਾ ਹੋਇਆ ਚਾਰਜ ਕਰਦੇ ਹਾਂ ਅਤੇ ਉਸੇ ਤਰ੍ਹਾਂ ਦੀ ਐਨਰਜੀ ਆ ਜਾਂਦੀ ਹੈ ਜਿੰਨੀ ਪਹਿਲਾਂ ਸੀ। ਇਸੇ ਤਰ੍ਹਾਂ ਪ੍ਰਭੂ ਆਪਣਿਆਂ ਦਾ ਖਿਆਲ ਰੱਖਦਾ ਹੈ, ਉਹਨਾਂ ਨੂੰ ਸੁਣਨੇ ਨਹੀਂ ਛੱਡਦਾ। ਹਮੇਸ਼ਾ 24 ਘੰਟੇ ਆਪਣੇ ਨਾਲ ਜੋੜ ਕੇ ਰੱਖਦਾ ਹੈ। ਨੀਂਦ ਦੀ ਕਿਰਿਆ, ਸੌਣ ਦੇ ਪਲ ਪ੍ਰਭੂ ਨੇ ਹੀ ਬਣਾਏ ਹਨ ਕਿ ਪ੍ਰਾਣੀ you don't want to get tired, exhausted। ਤੇਰੇ ਲਈ ਅੱਖਾਂ ਬੰਦ ਕਰਕੇ ਸੋਹਣੇ ਸੋਹਣੇ ਸੁਪਨੇ ਸਾਜੇ ਗਏ ਹਨ। ਉਹਨਾਂ ਸੁਪਨਿਆਂ ਦੇ ਵਿੱਚ ਤੂੰ ਕੁਝ ਹਿਲਾਉਂਦਾ ਨਹੀਂ, ਤੇਰੀ ਬਾਡੀ ਹੈ ਜਿਹੜੀ ਮੂਵ ਨਹੀਂ ਹੁੰਦੀ, ਤੇਰੇ ਹੱਥ ਕੰਮ ਨਹੀਂ ਕਰਦੇ, ਪਰ ਲੱਗਦਾ ਤੈਨੂੰ ਇਸ ਤਰ੍ਹਾਂ ਹੈ ਕਿ ਤੂੰ ਐਕਟਿਵ ਹੈ, ਤੂੰ ਸਾਰਾ ਕੁਝ ਆਪ ਕਰ ਰਿਹਾ ਹੈ। ਹਰ ਕਿਸੇ ਨੂੰ ਸੁਪਨੇ ਆਉਂਦੇ ਹਨ। ਸੁਪਨਿਆਂ ਦੇ ਵਿੱਚ ਕਿੰਨਾ ਸਮਾਂ ਲੰਘਦਾ ਹੈ, ਇਨਸਾਨ ਕਿੰਨੀ ਦੇਰ ਸੌਂਦਾ ਹੈ। ਕਈ ਵਾਰ ਸੁਪਨਿਆਂ ਦੇ ਵਿੱਚ ਵੀ ਸੁਪਨੇ ਆਉਂਦੇ ਹਨ। ਕਿੰਨੀ ਖੇਡ ਦਾਤੇ ਨੇ ਰਚਾਈ ਹੈ ਕਿ ਇਨਸਾਨ ਨੂੰ ਕਦੇ ਵੀ ਇਕੱਲਾ ਨਹੀਂ ਛੱਡਦਾ, ਸੁਪਨਿਆਂ ਦਾ ਸੌਦਾਗਰ ਬਣ ਜਾਂਦਾ ਹੈ। ਗੁਰੂ ਪਿਆਰਿਓ, ਹਰ ਦਿਲ ਦੇ ਵਿੱਚ ਉਹ ਧੜਕਦਾ ਹੈ, ਹਰ ਥਾਂ ਦੇ ਉੱਤੇ ਉਹ ਮੌਜੂਦ ਹੈ। ਧਰਨ ਮੈਂ ਆਕਾਸ਼ ਪਿਆਲ, he is in earth, sky and underworld, everywhere, he is everywhere। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ ਹੈ ਕਿ ਇੰਨਾ ਵੱਡਾ ਮਹਾਨ ਦਾਤਾ, ਇੰਨਾ ਦਿਆਲੂ, ਇੰਨਾ ਕਿਰਪਾਲੂ, ਪ੍ਰੀਤਮ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਪਿਆਰਾ ਲਫ਼ਜ਼, ਪ੍ਰੀਤਮ ਪਿਆਰੇ ਵਾਹਿਗੁਰੂ ਦੇ ਲਈ ਨਿਰੰਕਾਰ। ਸੱਚੇ ਪਾਤਸ਼ਾਹ ਜਦੋਂ ਨਿਰੰਕਾਰ ਕਹਿੰਦੇ ਸੀ ਤਾਂ ਲੋਕ ਨਾਨਕ ਨੂੰ ਨਿਰੰਕਾਰੀ ਕਹਿਣ ਲੱਗ ਪਏ। ਨਾਨਕ ਨਿਰੰਕਾਰੀ, ਨਿਰੰਕਾਰ ਦਾ ਪੁੱਤਰ। ਜਿਵੇਂ ਆਮ ਤੌਰ 'ਤੇ ਅਸੀਂ ਪਿੰਡਾਂ ਦੇ ਨਾਂ ਉੱਤੇ, ਪਿੰਡਾਂ ਆਪਣੇ ਨਾਂ ਦੇ ਪਿੱਛੇ ਤਖੱਲਸ ਆਪਣੇ ਪਿੰਡ ਦਾ ਲਗਾ ਲੈਂਦੇ ਹਾਂ, ਕਈ ਗੋਤ ਲਗਾ ਲੈਂਦੇ ਹਨ ਅਤੇ ਕਈ ਆਪਣੇ ਨਵੇਂ ਘੜੇ ਹੋਏ ਤਖੱਲਸ ਬਣਾ ਲੈਂਦੇ ਹਨ। ਆਪਣੀ ਆਪਣੀ ਇੱਛਾ ਹੈ। ਗੁਰੂ ਨਾਨਕ ਸਾਹਿਬ ਜਦੋਂ ਬਸਤੀ ਦੇ ਵਿੱਚ ਪ੍ਰਭੂ ਦਾ ਗੀਤ ਗਾਉਂਦੇ ਸੀ, ਬੜੀ ਪਿਆਰੀ ਆਵਾਜ਼ ਦੇ ਨਾਲ, ਸਾਰੇ ਸ਼ਹੀਦਾਂ ਨਾਲੋਂ ਮਿੱਠੀ ਆਵਾਜ਼ ਦੇ ਵਿੱਚ ਸ਼ਬਦ ਪੜ੍ਹਦੇ ਸੀ, ਆਪਣੇ ਰਚੇ ਹੋਏ ਸ਼ਬਦ, ਮਰਦਾਨਾ ਰਬਾਬ ਵਜਾਉਂਦਾ ਸੀ ਤਾਂ ਇੱਕ ਇਲਾਹੀ ਸਵਰਗ ਪੈਦਾ ਹੋ ਜਾਂਦਾ ਸੀ। ਸਾਰੇ ਦੇ ਸਾਰੇ ਜੀਵ ਜੰਤੂ ਉਸ ਮਸਜਿਦ ਦੇ ਵਿੱਚ ਆ ਜਾਂਦੇ ਸੀ, ਖੁਮਾਰੀ ਚੜ੍ਹ ਜਾਂਦੀ ਸੀ। ਉਹੀ ਤਰੀਕਾ ਗੁਰਸਿੱਖਾਂ ਨੇ ਅਪਣਾਇਆ। ਉਹਦੀ ਆਰਾਧਨਾ ਦੇ ਲਈ ਕੀਰਤਨ, ਕਥਾ, ਉਹਦੀ ਬਾਤ ਪਾਉਣੀ,
ਵਿਚਾਰ ਕਰਨਾ, ਇਹ ਵਡਿਆਈ ਹੈ ਸਿੱਖ ਦੀ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਉਹ ਇੰਨਾ ਵਿਆਪਕ ਹੈ, ਸਾਰੇ ਪਾਸੇ ਹੈ, ਤੂੰ ਉਹਨੂੰ ਸੰਘਰਸ਼ ਦੇ ਨਾਲ ਨਹੀਂ ਪਾ ਸਕਦਾ। ਹਾਂ, ਤੂੰ ਆਪਣੀ ਮਸ਼ੱਕਤ ਕਰੀ ਚੱਲ, ਮਿਲਣਾ ਤੈਨੂੰ ਉਹਨੇ ਗੁਰਪ੍ਰਸਾਦ ਨਾਲ ਹੈ, ਮਿਲਣਾ ਤਾਂ ਤੈਨੂੰ ਉਹਦੀ ਕਿਰਪਾ ਨਾਲ ਹੀ ਹੈ। ਜਦ ਵੀ ਉਹ ਟੁੱਟ ਪਿਆ, ਉਦੋਂ ਹੀ ਤੈਨੂੰ ਉਹਨੇ ਬੁੱਕਲ ਦੇ ਵਿੱਚ ਲੈ ਲੈਣਾ ਹੈ। ਤੇਰਾ ਚੇਤਨ ਮਾਈਂਡ ਹੈ ਜਿਹੜਾ, ਤੇਰਾ ਜਿਹੜਾ ਬਾਹਰੀ ਮਨ ਹੈ, ਉਹਨੂੰ ਸਿਮਰੀ ਜਾਂਦਾ ਹੈ, ਸਿਮਰੀ ਜਾਂਦਾ ਹੈ, ਤੇ ਨਾਲ ਦੀ ਨਾਲ ਤੇਰੇ ਅਚੇਤ ਮਨ ਨੂੰ ਅਗਾਹ ਕਰਦਾ ਹੈ। ਕਿਉਂਕਿ ਮਨ ਤੇਰਾ ਇਕੱਲਾ ਨਹੀਂ ਹੈ, ਚੇਤ ਤੇ ਅਚੇਤ ਦੋ ਮਨ। ਜਿਹੜਾ ਤੇਰਾ ਅਚੇਤ ਮਨ ਹੈ ਬੜਾ ਸ਼ਕਤੀਸ਼ਾਲੀ ਹੈ। ਜਦੋਂ ਤੇਰਾ ਚੇਤ ਮਨ ਗਿਵ ਅਪ ਕਰ ਦਿੰਦਾ ਹੈ ਤਾਂ ਅਚੇਤ ਮਨ ਉਹਦਾ ਕੰਟਰੋਲ ਲੈ ਲੈਂਦਾ ਹੈ। ਉਹਦੇ ਸਿਮਰਨ ਦਾ ਤਰੀਕਾ ਵੱਖਰਾ ਹੈ। ਬਹੁਤ ਹੀ ਤੇਜ਼ੀ ਨਾਲ, ਪਰਫੈਕਟ ਤਰੀਕੇ ਦੇ ਨਾਲ ਅਚੇਤ ਮਨ ਪ੍ਰਭੂ ਨੂੰ ਸਿਮਰਦਾ ਹੈ ਤੇ ਸੁਨੇਹਾ ਪਹੁੰਚਾ ਦਿੰਦਾ ਹੈ। ਇਸੇ ਤਰ੍ਹਾਂ ਹੀ ਜਦੋਂ ਪਿਆਰਿਆ ਤੂੰ ਕਿਸੇ ਦਾ ਨਾਂ ਭੁੱਲ ਜਾਂਦਾ ਹੈ, ਕੰਮ ਭੁੱਲ ਜਾਂਦਾ ਹੈ, ਬੜਾ ਜ਼ੋਰ ਲਾਉਣਾ ਨਾਮ ਲੱਭਣ ਦੇ ਲਈ, ਕਿੰਨੀ ਵਾਰ ਉਸ ਪ੍ਰਾਣੀ ਦਾ ਜ਼ਿੰਦਗੀ ਦੇ ਵਿੱਚ ਨਾਂ ਲਿਆ, ਅੱਜ ਲੱਭਦਾ ਹੀ ਨਹੀਂ। ਲੱਗਦਾ ਇਸ ਤਰ੍ਹਾਂ ਜਿਵੇਂ ਜੀਭ ਦੇ ਉੱਤੇ ਹੀ ਪਿਆ, ਪਰ ਯਾਦ ਆਉਂਦਾ ਨਹੀਂ। ਬੜੀ ਕੋਸ਼ਿਸ਼ ਕਰਦਾ ਤੂੰ, ਸਿਰ ਹਿਲਾ ਹਿਲਾ ਕੇ, ਕਿ ਮੈਨੂੰ ਫਲਾਣੇ ਦਾ ਨਾਮ ਪਤਾ ਚੱਲ ਜਾਵੇ, ਨਾਮ ਹੀ ਭੁੱਲ ਗਿਆ। ਇਹ ਤੇਰਾ ਚੇਤ ਮਨ ਹੈ ਜਿਹੜਾ ਭੁੱਲ ਗਿਆ। ਪਰ ਜਿਹੜੀ ਤੇਰੀ ਵੱਡੀ ਡਿਸਕ ਹੈ ਤੇਰੇ ਮਾਈਂਡ ਦੇ ਵਿੱਚ, ਜਿਵੇਂ ਕੰਪਿਊਟਰ ਦੀ ਇੱਕ ਵੱਡੀ ਮੇਨ ਡਿਸਕ ਹੁੰਦੀ ਹੈ, ਉਹਦੇ ਵਿੱਚ ਉਹ ਨਾਂ ਜਿਹੜਾ ਤੂੰ ਭੁੱਲਿਆ ਆਲਰੇਡੀ ਅਪਲੋਡ ਹੋ ਗਿਆ ਹੋਇਆ ਹੈ। ਉਹ ਕਿਤੇ ਗਿਆ ਨਹੀਂ, ਨਾ ਗਵਾਚਿਆ ਨਹੀਂ, ਤੇਰੇ ਚੇਤ ਮਨ ਤੋਂ ਵਿਸਰ ਗਿਆ, ਪਰ ਉਹਨੇ ਆਲਰੇਡੀ ਉਹਦੀ ਕਾਪੀ ਅਚੇਤ ਨੂੰ ਭੇਜ ਦਿੱਤੀ ਸੀ। ਹੁਣ ਤੂੰ ਕੌਫੀ ਸ਼ਾਪ ਦੇ ਵਿੱਚ ਬੈਠਾ ਹੈ, ਆਲੇ ਦੁਆਲੇ ਮਿੱਤਰ ਹਨ, ਕਿਸੇ ਇੱਕ ਮਿੱਤਰ ਦਾ ਜਨਮ ਦਿਨ ਵੀ ਹੈ, ਪਰ ਤੂੰ ਉਸ ਪ੍ਰਾਣੀ ਦਾ ਨਾਂ ਅਜੇ ਵੀ ਬੈਠਾ ਯਾਦ ਕਰ ਰਿਹਾ ਹੈ, ਤੇ ਇੱਕ ਪਲ ਦੇ ਵਿੱਚ ਤੈਨੂੰ ਉਹਦਾ ਨਾਂ ਯਾਦ ਆ ਗਿਆ। ਹੁਣ ਕਿਵੇਂ? ਕਿਉਂਕਿ ਜਿਹੜਾ ਤੇਰਾ ਅਚੇਤ ਮਨ ਇੰਨਾ ਸ਼ਕਤੀਸ਼ਾਲੀ ਹੈ, ਉਹਨੇ ਬਿਨਾਂ ਤੇਰੇ ਸੰਘਰਸ਼ ਕਰਨ ਤੋਂ ਤੈਨੂੰ ਦੇ ਦਿੱਤਾ। ਇਸੇ ਤਰ੍ਹਾਂ ਹੀ ਤੂੰ ਪ੍ਰਭੂ ਨੂੰ ਪਾਉਣਾ, ਉਹਦੀ ਕਿਰਪਾ ਦੇ ਨਾਲ ਛਿੰਨਾਂ ਦੇ ਵਿੱਚ ਪਾ ਲੈਣਾ ਹੈ। ਤੂੰ ਅਰਾਧਦਾ ਜਾ, ਸਿਮਰਦਾ ਜਾ, ਆਪਣੇ ਬਿੱਤ ਦੇ ਮੁਤਾਬਕ, ਗੁਰੂ ਦੀ ਮਿਹਰ ਦੇ ਨਾਲ ਉਹਨੂੰ ਜਪਦਾ ਜਾ। ਲੱਗਦਾ ਤੇਰਾ ਕੀ ਹੈ ਪ੍ਰਾਣੀ? ਸਵਾਸ ਤੇਰੇ ਨਹੀਂ, ਸਮਾਂ ਤੇਰਾ ਨਹੀਂ, ਸਰੀਰ ਤੇਰਾ ਨਹੀਂ, ਸੋ ਵਟ ਯੂ ਲੂਜ਼। ਤੂੰ ਆਟੋ ਸਿਸਟਮ ਦੇ ਵਿੱਚ ਪਾ ਕੇ ਆਪਣੇ ਆਪ ਚੱਲਣ ਦੇ। ਇਸ ਕਿਰਿਆ ਨੂੰ ਇੱਕ ਵਾਰ ਤੂੰ ਉਹਦੇ ਵਿੱਚ ਪਾ ਦੇ ਤੇ ਆਪੇ ਹੀ ਤੇਰੇ ਸਰੀਰ ਨੇ ਆਪਣੇ ਆਪ ਜੱਪਾ ਜਪਣ ਦੇ ਸਮਰੱਥ ਹੋ ਜਾਣਾ। ਪਰ ਤੇਰੀ ਆਗਿਆ ਤੋਂ ਬਿਨਾਂ ਨਹੀਂ, ਤੈਨੂੰ ਮੁੜਨਾ ਪੈਣਾ, ਤੈਨੂੰ ਕੁਝ ਪਾਉਣ ਦੇ ਲਈ ਕੁਝ ਛੱਡਣਾ ਪੈਣਾ। ਆਮ ਤੌਰ 'ਤੇ ਸਿਆਣੇ ਲੋਕ ਨੇ, ਜਿਹੜੀ ਚੀਜ਼ ਦਾ ਲਾਭ ਨਹੀਂ, ਜੀ ਤੋਂ ਕੋਈ ਮੁਨਾਫਾ ਨਹੀਂ ਕਮਾਇਆ ਜਾਂਦਾ, ਉਹਨੂੰ ਛੱਡ ਦਿੰਦੇ ਨੇ। ਹਮੇਸ਼ਾ ਹੀ ਲਾਭ ਵੱਲ ਨੂੰ ਪ੍ਰਾਣੀ ਦੌੜਦਾ ਹੈ, ਪ੍ਰਭੂ ਵੱਲ ਲਾਭ ਹੀ ਲਾਭ ਹੈ। ਮਾਇਆ ਦੇ ਵਿੱਚ ਘਾਟਾ ਹੀ ਘਾਟਾ ਹੈ,
ਪਿਆਰਿਆ, ਘਾਟੇ ਦਾ ਵਣਜ ਕੌਣ ਕਰਦਾ ਹੈ? ਪ੍ਰਭੂ ਦੇ ਪਾਸੇ ਮੁੜ ਆ, ਉਹ ਤੈਨੂੰ ਉਡੀਕ ਰਿਹਾ ਹੈ ਅਪਣਾਉਣ ਲਈ। ਉਹ ਸਾਰੇ ਜਹਾਨ, ਸਾਰੇ ਆਲਮ ਦਾ ਰਖਵਾਲਾ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਗੁਰੂ ਪਿਆਰਿਓ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।